ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਬਰਾਂ ਤੇ। ਜਾਰਜ ਫਲੋਇਡ ਦੇ ਕਤਲ ਦੇ ਮਾਮਲੇ 'ਚ ਮਿਨੀਐਪੋਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਟੋ ਥਾਓ ਨੂੰ 4 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਟੋ ਨੇ ਆਪਣੀ ਗਵਾਹੀ 'ਚ ਕਿਹਾ ਸੀ ਕਿ ਉਹ ਇਸ ਘਟਨਾ ਦੌਰਾਨ ਮੌਕੇ ਤੇ ਇਕੱਠੀ ਹੋ ਰਹੀ ਭੀੜ ਨੂੰ ਪਾਸੇ ਰੱਖ ਰਿਹਾ ਸੀ। ਜੱਜ ਨੇ ਕਿਹਾ ਕਿ ਟੋ ਦੀਆਂ ਕਾਰਵਾਈਆਂ ਇਸ ਤੱਥ ਦੇ ਮੱਦੇਨਜ਼ਰ ਹੋਰ ਵੀ ਗੈਰ ਵਾਜਬ ਸਨ ਕਿ ਦੂਸਰੇ ਅਫਸਰਾਂ ਦੁਆਰਾ ਤਾਕਤ ਦੀ ਬਹੁਤ ਜ਼ਿਆਦਾ ਵਰਤੋਂ ਨੂੰ ਰੋਕਣ ਲਈ ਦਖਲ ਦੇਣਾ ਉਸ ਦੀ ਡਿਊਟੀ ਦਾ ਹਿੱਸਾ ਸੀ ਅਤੇ ਉਸ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਵੀ ਦਿੱਤੀ ਗਈ ਸੀ। ਜਾਰਜ ਫਲੋਇਡ ਦੇ ਕਤਲ ਦੇ ਮਾਮਲੇ 'ਚ ਮਿਨੀਐਪੋਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਟੋਏ ਥਾਓ ਨੂੰ 4 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। 25 ਮਈ 2020 ਨੂੰ ਅਮਰੀਕਾ ਦੇ ਮਿਨੀਐਪੋਲਿਸ ਸ਼ਹਿਰ 'ਚ ਬਲੈਕ ਨਸਲ ਦੇ ਇੱਕ ਵਿਅਕਤੀ ਜਾਰਜ ਫਲੋਇਡ ਨੂੰ ਇੱਕ ਗੋਰੇ ਪੁਲਿਸ ਅਧਿਕਾਰੀ ਡੈਰੇਕ ਸ਼ੌਵਿਨ ਨੇ ਹੱਥਕੜੀ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਸੀ ਅਤੇ ਲਗਾਤਾਰ 9 ਮਿੰਟ ਤੱਕ ਆਪਣੇ ਗੋਡੇ ਨਾਲ ਉਸ ਦੀ ਗਰਦਨ ਨੱਪੀ ਰੱਖੀ, ਜਿਸ ਕਾਰਨ ਫਲੋਇਡ ਦੀ ਮੌਤ ਹੋ ਗਈ ਸੀ। ਟੋਇਓ ਨੇ ਆਪਣੀ ਗਵਾਹੀ 'ਚ ਕਿਹਾ ਸੀ ਕਿ ਉਹ ਇਸ ਘਟਨਾ ਦੌਰਾਨ ਮੌਕੇ ਤੇ ਇਕੱਠੀ ਹੋ ਰਹੀ ਭੀੜ ਨੂੰ ਪਾਸੇ ਰੱਖ ਰਿਹਾ ਸੀ। ਨੇੜਿਓਂ ਲੰਘਦੇ ਲੋਕਾਂ ਵਿੱਚੋਂ ਇੱਕ ਵਿਅਕਤੀ ਨੇ ਬਣਾਈ ਵੀਡੀਓ 'ਚ ਫਲੋਇਡ ਕਹਿੰਦਾ ਸੁਣਿਆ ਗਿਆ ਸੀ, ਮੈਂ ਸਾਹ ਨਹੀਂ ਲੈ ਪਾ ਰਿਹਾ। ਫਲੋਇਡ ਦੀ ਹੱਤਿਆ ਨੇ ਦੁਨੀਆ ਭਰ 'ਚ ਨਸਲਵਾਦ ਖਿਲਾਫ ਇੱਕ ਵੱਡਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਹੈਨੀਪਿਨ ਕਾਉਂਟੀ ਦੇ ਜੱਜ ਪੀਟਰ ਕਾਹਿਲ ਨੇ ਮਈ 'ਚ ਟੋਓ ਨੂੰ ਦੂਜੇ ਦਰਜੇ ਦੇ ਕਤਲ 'ਚ ਮਦਦ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। ਜੱਜ ਪੀਟਰ ਨੇ ਕਿਹਾ ਸੀ ਕਿ ਟੋਇਓ ਦੀਆਂ ਕਾਰਵਾਈਆਂ ਨੇ ਸ਼ੌਵਿਨ ਅਤੇ 2 ਹੋਰ ਸਾਬਕਾ ਅਫਸਰਾਂ ਨੂੰ ਭੀੜ ਤੋਂ ਵੱਖ ਕੀਤਾ ਸੀ, ਜਿਸ ਵਿੱਚ ਇੱਕ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਵੀ ਸ਼ਾਮਲ ਸੀ, ਜਿਸ ਨਾਲ ਉਸ ਦੇ ਸਾਥੀਆਂ ਨੇ ਫਲੋਇਡ ਨੂੰ ਨੱਪਣਾ ਜਾਰੀ ਰੱਖਿਆ ਅਤੇ ਰਾਹਗੀਰਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਤੋਂ ਰੋਕਿਆ ਗਿਆ। ਜੱਜ ਨੇ ਕਿਹਾ ਕਿ ਟੋਇਓ ਦੀਆਂ ਕਾਰਵਾਈਆਂ ਇਸ ਤੱਥ ਦੇ ਮੱਦੇਨਜ਼ਰ ਹੋਰ ਵੀ ਗੈਰ ਵਾਜਬ ਸਨ ਕਿ ਦੂਸਰੇ ਅਫਸਰਾਂ ਦੁਆਰਾ ਤਾਕਤ ਦੀ ਬਹੁਤ ਜ਼ਿਆਦਾ ਵਰਤੋਂ ਨੂੰ ਰੋਕਣ ਲਈ ਦਖਲ ਦੇਣਾ ਉਸ ਦੀ ਡਿਊਟੀ ਦਾ ਹਿੱਸਾ ਸੀ ਅਤੇ ਉਸ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਸਿਖਲਾਈ ਦਿੱਤੀ ਗਈ ਸੀ। ਟੋਇਓ ਨੇ ਸਰਕਾਰੀ ਦੋਸ਼ਾਂ ਨੂੰ ਕਬੂਲਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਇਕਬਾਲੇ ਜੁਰਮ ਕਰਨਾ ਝੂਠ ਬੋਲਣਾ ਹੋਵੇਗਾ, ਕਿਉਂਕਿ ਉਸ ਨੂੰ ਨਹੀਂ ਲੱਗਦਾ ਕਿ ਉਸਨੇ ਕੁਝ ਗਲਤ ਕੀਤਾ ਸੀ। ਇਸ ਦੇ ਬਜਾਏ ਉਹ ਇਸ ਗੱਲ ਤੇ ਸਹਿਮਤ ਹੋਇਆ ਸੀ ਕਿ ਜੱਜ ਕਾਹਿਲ ਸ਼ੌਵਿਨ ਦੇ 2021 ਦੇ ਕਤਲ ਦੇ ਮੁਕੱਦਮੇ ਅਤੇ ਟੋਇਓ ਤੇ ਸਾਬਕਾ ਪੁਲਿਸ ਅਫਸਰਾਂ ਥਾਮਸ ਲੇਨ ਤੇ ਜੇ ਅਲੈਗਜ਼ੈਂਡਰ ਕਿਊਂਗ ਖਿਲਾਫ 2022 ਦੇ ਫੈਡਰਲ ਸਿਵਲ ਅਧਿਕਾਰਾਂ ਦੇ ਮੁਕੱਦਮੇ ਦੇ ਸਬੂਤਾਂ ਦੇ ਆਧਾਰ ਤੇ ਇਸ ਮਾਮਲੇ ਦਾ ਫੈਸਲਾ ਕਰੇ। ਫੈਡਰਲ ਅਦਾਲਤ 'ਚ ਚੱਲੇ ਉਸ ਮੁਕੱਦਮੇ 'ਚ 3 ਅਫਸਰਾਂ ਨੂੰ ਦੋਸ਼ੀ ਪਾਇਆ ਗਿਆ ਸੀ। ਸ਼ੌਵਿਨ ਨੇ ਦੂਜੀ ਵਾਰ ਮੁਕੱਦਮੇ ਤੇ ਜਾਣ ਦੀ ਬਜਾਏ ਫੈਡਰਲ ਸਿਵਲ ਅਧਿਕਾਰਾਂ ਦੇ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ, ਜਦਕਿ ਲੇਨ ਅਤੇ ਕਿਊਂਗ ਨੇ ਕਤਲ 'ਚ ਮਦਦ ਅਤੇ ਉਕਸਾਉਣ ਦੇ ਦੋਸ਼ਾਂ 'ਚ ਇਕਬਾਲੇ ਜੁਰਮ ਕੀਤਾ ਸੀ। ਡੈਰੇਕ ਸ਼ੌਵਿਨ ਨੂੰ ਫੈਡਰਲ ਅਦਾਲਤ ਨੇ 21 ਸਾਲ ਦੀ ਸਜ਼ਾ ਸੁਣਾਈ ਸੀ। ਸੋਮਵਾਰ ਨੂੰ ਕਾਹਿਲ ਵੱਲੋਂ ਸੁਣਾਇਆ ਗਿਆ ਫੈਸਲਾ ਟੋ ਦੀ ਇੱਕ ਵੱਖਰੀ 3.5 ਸਾਲ ਦੀ ਸਜ਼ਾ ਦੇ ਫੈਸਲੇ ਦੇ ਸਮੇਂ ਕਾਲ ਨੂੰ ਸ਼ਾਮਲ ਕਰੇਗਾ। ਮਿਨੀਸੋਟਾ ਸੂਬੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਉਸ ਨੂੰ 4 ਸਾਲ ਤੋਂ ਵੱਧ ਦੀ ਸਜ਼ਾ ਦੀ ਸਿਫਾਰਿਸ਼ ਕੀਤੀ ਗਈ ਸੀ। ਲੇਨ ਅਤੇ ਕਿਊਂਗ ਨੂੰ ਕ੍ਰਮਵਾਰ 3 ਅਤੇ 3.5 ਸਾਲ ਦੀ ਸਜ਼ਾ ਮਿਲੀ ਹੋਈ ਹੈ ਤੇ ਉਹ ਇਸ ਸਮੇਂ ਜੇਲ੍ਹ 'ਚ ਸਜ਼ਾ ਕੱਟ ਰਹੇ ਨੇ। ਟੋਇਓ ਇੱਕ ਹਮੋਂਗ ਮੂਲ ਦਾ ਅਮਰੀਕਨ ਹੈ, ਕਿਊਂਗ ਇੱਕ ਬਲੈਕ ਵਿਅਕਤੀ ਹੈ ਤੇ ਲੇਨ ਗੋਰਾ ਹੈ। ਅਮਰੀਕਾ 'ਚ ਮੌਸਮ ਦਾ ਮਿਜ਼ਾਜ ਕਾਫੀ ਬਦਲਿਆ ਹੋਇਆ ਹੈ। ਕਈ ਥਾਵਾਂ ਤੇ ਗੜੇਮਾਰੀ ਤਾਂ ਕਈ ਥਾਵਾਂ ਤੇ ਭਾਰੀ ਮੀਂਹ ਪਿਆ, ਇੱਥੋਂ ਤੱਕ ਕਿ ਕੁਝ ਥਾਵਾਂ ਤੇ ਤਾਂ ਭਿਆਨਕ ਤੂਫਾਨ ਵੀ ਆਏ। ਖਰਾਬ ਮੌਸਮ ਦੇ ਚੱਲਦਿਆਂ ਪੂਰਬੀ ਅਮਰੀਕਾ 'ਚ 120 ਮਿਲੀਅਨ ਲੋਕ ਪ੍ਰਭਾਵਿਤ ਹੋ ਸਕਦੇ ਨੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਵਾਵਾਂ 60 ਤੋਂ 80 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਗ ਸਕਦੀਆਂ ਨੇ, ਜਿਹੜੀਆਂ ਕਿ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਨੇ। ਦੇਸ਼ ਦੇ ਕਈ ਸੂਬਿਆਂ 'ਚ ਤੇਜ਼ ਹਵਾਵਾਂ ਕਾਰਨ ਬੱਤੀ ਗੁੱਲ ਹੋ ਗਈ। ਅਮਰੀਕਾ 'ਚ ਅਚਾਨਕ ਗੜੇਮਾਰੀ ਅਤੇ ਭਾਰੀ ਤੂਫਾਨ ਕਾਰਨ 2 ਲੋਕਾਂ ਦੀ ਮੌਤ ਹੋ ਗਈ। ਨਾਲ ਹੀ ਅਮਰੀਕਾ ਦੀਆਂ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸਥਾਨਕ ਮੌਸਮ ਵਿਭਾਗ ਨੇ ਵੀ ਇਸ ਸੰਬੰਧੀ ਅਲਰਟ ਜਾਰੀ ਕਰਕੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮੌਸਮ ਦੀ ਖਰਾਬੀ ਕਾਰਨ 10 ਲੱਖ ਤੋਂ ਵੱਧ ਲੋਕਾਂ ਦੇ ਘਰਾਂ 'ਚ ਬਿਜਲੀ ਗੁੱਲ ਹੋ ਗਈ। ਰਾਸ਼ਟਰੀ ਮੌਸਮ ਸੇਵਾ ਨੇ ਚੇਤਾਵਨੀ ਦਿੱਤੀ ਹੈ ਕਿ ਨੁਕਸਾਨਦਾਇਕ ਤੇ ਵਿਨਾਸ਼ਕਾਰੀ ਤੂਫਾਨ ਵੱਡਾ ਖਤਰਾ ਹੈ। ਨਾਲ ਹੀ ਗੜੇ ਅਤੇ ਭਾਰੀ ਤੂਫਾਨ ਦੀ ਵੀ ਸੰਭਾਵਨਾ ਹੈ। ਟੈਨੇਸੀ ਤੋਂ ਨਿਊਯਾਰਕ ਤੱਕ 10 ਰਾਜਾਂ ਨੂੰ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ। ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਸੋਮਵਾਰ ਦੁਪਹਿਰ ਤੂਫਾਨ ਨਾਲ 20 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਹਾਲਾਂਕਿ ਜਿਵੇਂ ਚੇਤਾਵਨੀ ਜਾਰੀ ਕੀਤੀ ਗਈ ਸੀ, ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਇੱਕ ਰਿਪੋਰਟ ਦੇ ਮੁਤਾਬਕ ਫਲੋਰੈਂਸ ਅਲਾਬਾਮਾ 'ਚ ਪੁਲਿਸ ਨੇ ਕਿਹਾ ਕਿ ਇੱਕ 28 ਸਾਲਾ ਵਿਅਕਤੀ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 15 ਸਾਲਾ ਲੜਕੇ ਦੀ ਮੌਤ ਹੋ ਗਈ ਜਦੋਂ ਕਾਰ ਤੋਂ ਬਾਹਰ ਨਿਕਲਦਿਆਂ ਹੀ ਉਸ ਤੇ ਇੱਕ ਦਰਖਤ ਡਿੱਗ ਗਿਆ। ਫਲਾਈਟ ਟਰੈਕਿੰਗ ਸੇਵਾ ਫਲਾਈਟ ਅਵੇਅਰ ਦੇ ਅਨੁਸਾਰ ਸੋਮਵਾਰ ਰਾਤ ਤੱਕ 2600 ਤੋਂ ਵੱਧ US ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਲਗਭਗ 7900 ਦੇਰੀ ਨਾਲ ਚੱਲ ਰਹੀਆਂ ਨੇ। ਫੀਲਡ ਜੈਕਸਨ ਐਟਲਾਂਟਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਵਾਈਟ ਹਾਊਸ ਨੇ ਰਾਸ਼ਟਰਪਤੀ ਜੋ ਬਾਈਡਨ ਦੀ 4 ਦਿਨ ਦੀ ਯਾਤਰਾ ਲਈ ਰਵਾਨਗੀ ਨੂੰ 90 ਮਿੰਟ ਅੱਗੇ ਵਧਾ ਦਿੱਤਾ। ਵਾਈਟ ਹਾਊਸ ਨੇ ਇੱਕ ਬੈਕ ਟੂ ਸਕੂਲ ਸਾਈਬਰ ਸੁਰੱਖਿਆ ਈਵੈਂਟ ਵੀ ਰੱਦ ਕਰ ਦਿੱਤਾ, ਜਿਸ ਵਿੱਚ ਦੇਸ਼ ਭਰ ਦੇ ਫਸਟ ਲੇਡੀ ਜਿਲ ਬਾਈਡਨ, ਸਿੱਖਿਆ ਸਕੱਤਰ ਮਿਗੂਏਲ ਕਾਰਡੋਨਾ, ਹੋਮਲੈਂਡ ਸਿਕਿਉਰਿਟੀ ਸੈਕਟਰੀ ਅਲੈਗਜ਼ੈਂਡਰੋ ਮੈਕਸਨ ਅਤੇ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਸਿੱਖਿਆ ਤਕਨਾਲੋਜੀ ਪ੍ਰਦਾਤਾ ਸ਼ਾਮਲ ਹੋਣ ਵਾਲੇ ਸਨ। ਪਾਵਰ ਆਊਟਸ ਮੁਤਾਬਕ ਸ਼ਾਮ ਤੱਕ ਅਲਬਾਮਾ, ਜਾਰਜੀਆ, ਦੱਖਣੀ ਕੈਰੋਲੀਨਾ, ਉੱਤਰੀ ਕੈਰੋਲੀਨਾ, ਮੈਰੀਲੈਂਡ, ਡੈਲਾਵੇਅਰ, ਨਿਊ ਜਰਸੀ, ਪੈਨਸਿਲਵੇਨੀਆ, ਟੈਨੇਸੀ, ਵੈਸਟ ਵਰਜੀਨੀਆ ਅਤੇ ਵਰਜੀਨੀਆ 'ਚ 10 ਲੱਖ ਤੋਂ ਵੱਧ ਲੋਕ ਬਿਜਲੀ ਤੋਂ ਬਿਨਾਂ ਸਨ। ਖਬਰਾਂ ਨੇ ਦੱਸਿਆ ਕਿ ਕਈ ਰਾਜਾਂ 'ਚ ਦਰਖਤ ਅਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ ਨੇ। ਅਮਰੀਕਾ ਦੇ ਰਾਜਾਂ ਐਰੀਜ਼ੋਨਾ, ਨੇਵਾਡਾ ਤੇ ਟੈਕਸਾਸ 'ਚ ਇਸ ਮਹੀਨੇ ਦੇਸ਼ ਦੇ ਵੱਡੇ ਹਿੱਸਿਆਂ ਨੂੰ ਆਪਣੀ ਲਪੇਟ 'ਚ ਲੈ ਕੇ ਆਈ ਭਿਆਨਕ ਗਰਮੀ ਦੀ ਲਹਿਰ ਦੇ ਨਤੀਜੇ ਵਜੋਂ ਕੁੱਲ 147 ਲੋਕਾਂ ਦੀ ਮੌਤ ਹੋ ਗਈ ਹੈ। 3 ਰਾਜ ਇਸ ਗਰਮੀ ਦੀ ਅਤਿਅੰਤ ਚਪੇਟ 'ਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ। 147 ਮੌਤਾਂ ਵਿੱਚੋਂ ਅਰੀਜ਼ੋਨਾ ਦੇ ਪੀਮਾ ਤੇ ਮੈਰੀਕੋਪਾ ਕਾਉਂਟੀਆਂ 'ਚ ਕ੍ਰਮਵਾਰ 64 ਤੇ 39 ਸਨ, ਜਦਕਿ ਕਲਾਰਕ ਕਾਉਂਟੀ, ਨੇਵਾਡਾ 'ਚ 26 ਮੌਤਾਂ ਹੋਈਆਂ ਅਤੇ ਟੈਕਸਾਸ ਦੇ ਵੈਬ ਅਤੇ ਹੈਰਿਸ ਕਾਉਂਟੀਆਂ 'ਚ 11 ਅਤੇ 7। ਕੈਲੀਫੋਰਨੀਆ, ਦੱਖਣ ਅਤੇ ਮੱਧ ਪੱਛਮ ਦੇ ਕੁਝ ਹਿੱਸਿਆਂ 'ਚ ਵੀ ਗਰਮੀ ਨਾਲ ਸੰਬੰਧਿਤ ਕਈ ਮੌਤਾਂ ਦੀ ਰਿਪੋਰਟ ਕੀਤੀ ਗਈ ਸੀ। ਹਾਲਾਂਕਿ ਟੋਲ ਉਪਰੋਕਤ 5 ਕਾਉਂਟੀਆਂ 'ਚ ਜਿੰਨਾ ਜ਼ਿਆਦਾ ਨਹੀਂ ਹੋਇਆ ਹੈ। ਮੈਰੀਕੋਪਾ ਕਾਉਂਟੀ, ਜੋ ਕਿ ਫਿਨਿਕਸ ਸ਼ਹਿਰ ਦਾ ਘਰ ਹੈ ਤੇ ਅਧਿਕਾਰਤ ਤੌਰ ਤੇ ਘੱਟੋ-ਘੱਟ 39 ਗਰਮੀ ਨਾਲ ਸੰਬੰਧਿਤ ਮੌਤਾਂ ਦੀ ਗਿਣਤੀ ਕੀਤੀ ਗਈ ਹੈ। 312 ਹੋਰ ਮੌਤਾਂ ਅਜੇ ਵੀ ਜਾਂਚ ਅਧੀਨ ਨੇ। ਇਹ ਮੌਤਾਂ ਉਦੋਂ ਹੋਈਆਂ ਜਦੋਂ ਜੂਨ ਦੇ ਅੰਤ 'ਚ ਤਾਪਮਾਨ ਰਿਕਾਰਡ ਤੋੜਨ ਵਾਲੇ ਪੱਧਰ ਤੱਕ ਪਹੁੰਚ ਗਿਆ ਤੇ ਜੁਲਾਈ ਤੱਕ ਦੱਖਣ ਅਤੇ ਦੱਖਣ ਪੱਛਮ ਦੇ ਬਹੁਤ ਸਾਰੇ ਹਿੱਸੇ ਨੂੰ ਸੇਕਣਾ ਜਾਰੀ ਰੱਖਿਆ। ਫਿਨਿਕਸ ਨੇ ਜੂਨ ਤੋਂ ਜੁਲਾਈ ਤੱਕ ਲਗਭਗ 31 ਦਿਨ ਲਗਾਤਾਰ 43 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਦੇ ਨਾਲ ਰਿਕਾਰਡ ਤੇ ਕਿਸੇ ਵੀ ਅਮਰੀਕੀ ਸ਼ਹਿਰ ਦਾ ਸਭ ਤੋਂ ਗਰਮ ਮਹੀਨਾ ਦਰਜ ਕੀਤਾ। ਅੱਜ ਤੱਕ ਬਹੁਤ ਜ਼ਿਆਦਾ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਤੂਫਾਨ ਅਤੇ ਹੜ੍ਹਾਂ ਦੇ ਮਿਲਾਨ ਨਾਲੋਂ ਕਿਤੇ ਵੱਧ ਹੈ। ਅਮਰੀਕਾ ਦੇ ਮੋਨਰੋ ਕਾਉਂਟੀ, ਵਿਸਕਾਂਸਿਨ 'ਚ ਇੱਕ 74 ਸਾਲਾ ਸਾਬਕਾ ਮਹਿਲਾ ਅਧਿਆਪਕ ਨੂੰ ਉਸਦੇ ਇੱਕ ਵਿਦਿਆਰਥੀ ਨਾਲ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਇਸ ਮਾਮਲੇ 'ਚ ਦੋਸ਼ੀ ਨੂੰ ਸੈਂਕੜੇ ਸਾਲ ਦੀ ਸਜ਼ਾ ਹੋ ਸਕਦੀ ਹੈ। ਮੋਨਰੋ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਕੇਵਿਨ ਕਰੋਨਿੰਗਰਨ ਦੇ ਅਨੁਸਾਰ ਨੈਲਸਨ ਕੋਚ ਨੂੰ 600 ਸਾਲ ਤੱਕ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ 74 ਸਾਲਾ ਐਨੀ ਨੈਲਸਨ ਕੋਚ ਨੂੰ ਸੋਮਵਾਰ ਨੂੰ ਉਸ ਦੇ 14 ਸਾਲਾ ਵਿਦਿਆਰਥੀ ਦਾ 25 ਵਾਰ ਜਿਨਸੀ ਸ਼ੋਸ਼ਣ ਕਰਨ ਲਈ ਸਜ਼ਾ ਸੁਣਾਈ ਗਈ। ਦੋਸ਼ੀ ਔਰਤ ਤੋਮਾਹਾ ਦੇ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੀ ਸੀ ਤੇ ਇੱਥੇ ਉਸ ਨੇ 2016-2017 ਦੌਰਾਨ ਸਕੂਲ ਦੇ ਬੇਸਮੈਂਟ 'ਚ ਕਿਸ਼ੋਰ ਲੜਕੇ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ। ਨੈਲਸਨ ਕੋਚ ਉਸ ਸਮੇਂ 67 ਸਾਲਾਂ ਦੀ ਸੀ, ਜਦਕਿ ਲੜਕਾ 14 ਸਾਲਾਂ ਦਾ ਸੀ। 3 ਦਿਨਾਂ ਦੀ ਸੁਣਵਾਈ ਤੋਂ ਬਾਅਦ ਜਿਊਰੀ ਨੇ ਔਰਤ ਨੂੰ ਦੋਸ਼ੀ ਠਹਿਰਾਉਣ ਦੇ ਫੈਸਲੇ ਤੇ ਪਹੁੰਚਣ ਲਈ ਸਿਰਫ 5 ਘੰਟੇ ਵਿਚਾਰ ਵਟਾਂਦਰਾ ਕੀਤਾ। ਸਹਾਇਕ ਜ਼ਿਲ੍ਹਾ ਅਟਾਰਨੀ ਸਾਰਾਹ ਐਮ ਸਕਾਈਲਜ਼ ਨੇ ਪੀੜਤ ਬਾਰੇ ਕਿਹਾ, ਇਹਨਾਂ ਜੁਰਮਾਂ ਦਾ ਸ਼ਿਕਾਰ ਇੱਕ ਬਹੁਤ ਹੀ ਬਹਾਦਰ ਨੌਜਵਾਨ ਹੈ। ਸਕਾਈਲਜ਼ ਨੇ ਟੋਮਾ ਪੁਲਿਸ ਵਿਭਾਗ ਦੇ ਪਾਲ ਸਲੋਨ ਦੀ ਵੀ ਪ੍ਰਸ਼ੰਸਾ ਕੀਤੀ, ਜਿਸ ਨੇ ਜਾਂਚ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਪੀੜਤ ਦੀ ਤਾਕਤ ਅਤੇ ਜਾਂਚਕਰਤਾ ਸਲੋਨ ਦੀ ਸਮਰਪਣ ਅਤੇ ਪੂਰੀ ਜਾਂਚ ਤੋਂ ਬਿਨਾਂ ਅਸੀਂ ਇਹ ਨਤੀਜਾ ਪ੍ਰਾਪਤ ਨਹੀਂ ਕਰ ਸਕਦੇ ਸੀ। ਕੋਲੋਰਾਡੋ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਨੇ ਜੂਨ 'ਚ ਰੈਂਸਮਵੇਅਰ ਹਮਲੇ ਤੋਂ ਬਾਅਦ ਇੱਕ ਸੰਭਾਵੀ ਡਾਟਾ ਲੀਕ ਹੋਣ ਬਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਹੈ ਤੇ ਨਾਲ ਹੀ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਹੈ ਕਿ ਉਲੰਘਣਾ ਨੇ 16 ਸਾਲਾਂ ਦੀ ਮਿਆਦ 'ਚ ਕਈ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਪਬਲਿਕ ਸਕੂਲ ਅਤੇ ਬਾਲਗ ਸਿੱਖਿਆ ਪਹਿਲ ਕਦਮੀਆਂ ਸ਼ਾਮਲ ਨੇ। ਜਾਂਚ ਦੇ ਅਨੁਸਾਰ ਕੁਝ ਪ੍ਰਭਾਵਿਤ ਰਿਕਾਰਡਾਂ 'ਚ ਨਾਮ, ਸਮਾਜਿਕ ਸੁਰੱਖਿਆ ਨੰਬਰ, ਵਿਦਿਆਰਥੀ ਪਛਾਣ ਨੰਬਰ ਤੇ ਹੋਰ ਵਿਦਿਅਕ ਰਿਕਾਰਡ ਸ਼ਾਮਲ ਨੇ। ਕੋਲੋਰਾਡੋ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਨੇ ਜੂਨ 'ਚ ਰੈਂਸਮਵੇਅਰ ਹਮਲੇ ਤੋਂ ਬਾਅਦ ਇੱਕ ਸੰਭਾਵੀ ਡਾਟਾ ਲੀਕ ਹੋਣ ਬਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਹੈ।
ਤੇ ਨਾਲ ਹੀ ਵਿਦਿਆਰਥੀਆਂ ਨੂੰ ਸੂਚਿਤ ਇਹ ਵੀ ਕੀਤਾ ਗਿਆ ਕਿ ਉਲੰਘਣਾ ਨੇ 16 ਸਾਲ ਦੀ ਮਿਆਦ 'ਚ ਕਈ ਪ੍ਰੋਗਰਾਮਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਪਬਲਿਕ ਸਕੂਲ ਅਤੇ ਬਾਲਗ ਸਿੱਖਿਆ ਪਹਿਲਕਦਮੀਆਂ ਸ਼ਾਮਲ ਨੇ। 19 ਜੂਨ ਨੂੰ CDHE ਨੂੰ ਪਤਾ ਲੱਗਾ ਕਿ ਇਹ ਇੱਕ ਸਾਈਬਰ ਸੁਰੱਖਿਆ ਰੈਂਸਮਵੇਅਰ ਘਟਨਾ ਦਾ ਸ਼ਿਕਾਰ ਸੀ, ਜਿਸ ਨੇ ਇਸ ਦੇ ਨੈਟਵਰਕ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ। ਵਿਭਾਗ ਨੇ ਡੇਟਾ ਘਟਨਾ ਦੇ ਇੱਕ ਨੋਟਿਸ 'ਚ ਬਕਾਇਦਾ ਇਹ ਗੱਲ ਲਿਖੀ ਹੈ। ਹਾਲਾਂਕਿ ਇਹ ਘਟਨਾ ਅਜੇ ਵੀ ਇੱਕ ਚੱਲ ਰਹੀ ਅਪਰਾਧਿਕ ਤੇ ਅੰਦਰੂਨੀ ਜਾਂਚ ਦਾ ਹਿੱਸਾ ਹੈ। CDHE ਜਾਣਦਾ ਹੈ ਕਿ ਇਹ ਇੱਕ ਅਣਅਧਿਕਾਰਤ ਹੈ। 11 ਅਤੇ 19 ਜੂਨ ਦੇ ਵਿਚਕਾਰ CDHE ਸਿਸਟਮਾਂ ਤੱਕ ਪਹੁੰਚ ਕੀਤੀ ਗਈ ਅਤੇ ਇਸ ਸਮੇਂ ਦੌਰਾਨ ਇਹਨਾਂ ਦੇ ਸਿਸਟਮ 'ਚੋਂ ਕੁਝ ਡਾਟਾ ਕਾਪੀ ਵੀ ਕੀਤਾ ਗਿਆ, ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਜਾਂਚ ਦੇ ਮੁਤਾਬਕ ਕੁਝ ਪ੍ਰਭਾਵਿਤ ਰਿਕਾਰਡਾਂ 'ਚ ਨਾਮ, ਸਮਾਜਿਕ ਸੁਰੱਖਿਆ ਨੰਬਰ, ਵਿਦਿਆਰਥੀ ਪਛਾਣ ਨੰਬਰ ਅਤੇ ਹੋਰ ਵਿਦਿਅਕ ਰਿਕਾਰਡ ਸ਼ਾਮਲ ਨੇ। ਸਮੀਖਿਆ ਅਜੇ ਤੱਕ ਜਾਰੀ ਹੈ ਤੇ ਵਿਭਾਗ ਨੇ ਕਿਹਾ ਕਿ ਜਿਹੜੇ ਲੋਕ 2007 ਤੋਂ 2020 ਦੇ ਵਿਚਕਾਰ ਰਾਜ 'ਚ ਉੱਚ ਸਿੱਖਿਆ ਦੇ ਇੱਕ ਜਨਤਕ ਅਦਾਰੇ 'ਚ ਗਏ ਸਨ, 2004 ਤੋਂ 2020 ਦੇ ਵਿਚਕਾਰ ਇੱਕ ਕੋਲੋਰਾਡੋ ਪਬਲਿਕ ਹਾਈ ਸਕੂਲ 'ਚ ਪੜ੍ਹੇ, 2010 ਤੋਂ 2014 ਦੇ ਵਿਚਕਾਰ ਕੋਲੋਰਾਡੋ K-12 ਪਬਲਿਕ ਸਕੂਲ ਐਜੂਕੇਟਰ ਲਾਇਸੈਂਸ ਵਾਲੇ ਵਿਅਕਤੀ, 2009 ਤੋਂ 2013 ਤੱਕ ਨਿਰਭਰ ਟਿਊਸ਼ਨ ਸਹਾਇਤਾ ਪ੍ਰੋਗਰਾਮ 'ਚ ਹਿੱਸਾ ਲਿਆ, ਕੋਲੋਰਾਡੋ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਬਾਲਗ ਸਿੱਖਿਆ ਪਹਿਲਕਦਮੀ ਪ੍ਰੋਗਰਾਮਾਂ 'ਚ 2013 ਤੋਂ 2017 ਦੇ ਦਰਮਿਆਨ ਹਿੱਸਾ ਲਿਆ ਜਾਂ 2007 ਤੋਂ 2011 ਦੇ ਵਿਚਕਾਰ ਇੱਕ GED ਪ੍ਰਾਪਤ ਕੀਤਾ, ਇਸ ਘਟਨਾ ਨਾਲ ਪ੍ਰਭਾਵਿਤ ਹੋ ਸਕਦਾ ਹੈ। CDHE ਨੇ ਅੱਗੇ ਇਹ ਵੀ ਕਿਹਾ ਕਿ ਉਹ ਆਪਣੀਆਂ ਨੀਤੀਆਂ ਤੇ ਪ੍ਰਕਿਰਿਆਵਾਂ ਦੀ ਸਮੀਖਿਆ ਕਰ ਰਿਹਾ ਹੈ ਤੇ ਆਪਣੇ ਸਿਸਟਮ ਨੂੰ ਹੋਰ ਸੁਰੱਖਿਅਤ ਕਰਨ ਲਈ ਵਾਧੂ ਸਾਈਬਰ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਕੰਮ ਕਰ ਲਿਆ ਹੈ। ਇਸ ਤੋਂ ਇਲਾਵਾ ਵਿਭਾਗ ਪ੍ਰਭਾਵਿਤ ਵਿਅਕਤੀਆਂ ਨੂੰ 2 ਸਾਲੀ ਐਕਸਪੀਰੀਅਨ ਰਾਹੀਂ ਕ੍ਰੈਡਿਟ ਨਿਗਰਾਨੀ ਅਤੇ ਪਛਾਣ ਚੋਰੀ ਸੁਰੱਖਿਆ ਸੇਵਾਵਾਂ ਤੱਕ ਮੁਫਤ ਪਹੁੰਚ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਪ੍ਰਭਾਵਿਤ ਸਮੂਹ ਸ਼ੱਕੀ ਗਤੀਵਿਧੀ ਲਈ ਆਪਣੇ ਖਾਤੇ ਦੇ ਸਟੇਟਮੈਂਟ ਅਤੇ ਕ੍ਰੈਡਿਟ ਰਿਪੋਰਟਾਂ ਤੇ ਨਜ਼ਰ ਰੱਖਣ। ਅਮਰੀਕਾ ਦੇ ਮੋਂਟਾਨਾ ਨਿਊਕਲੀਅਰ ਬੇਸ 'ਚ ਕੈਂਸਰ ਪੈਦਾ ਕਰਨ ਵਾਲੇ ਤੱਤ ਮਿਲੇ ਨੇ। ਟਾਰਚਲਾਈਟ ਇਨੀਸ਼ੀਏਟਿਵ ਦੇ ਅਨੁਸਾਰ ਪਰਮਾਣੂ ਮਿਜ਼ਾਈਲ ਸਾਈਟ ਤੇ ਕੰਮ ਕਰ ਰਹੇ ਲਗਭਗ 268 ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ ਕੁਝ ਸਾਲਾਂ 'ਚ ਕੈਂਸਰ, ਖੂਨ ਨਾਲ ਸੰਬੰਧਿਤ ਬਿਮਾਰੀਆਂ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦੀ ਰਿਪੋਰਟ ਕੀਤੀ। ਰਿਪੋਰਟ ਆਉਣ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਨੇ ਬੇਸ ਨੂੰ ਤੁਰੰਤ ਖਾਲੀ ਕਰਨ ਅਤੇ ਇਸ ਨੂੰ ਸਾਫ਼ ਕਰਨ ਤੇ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ। ਇਨਸਾਨ ਦੂਸਰੇ ਇਨਸਾਨਾਂ ਨੂੰ ਮਾਰਨ ਲਈ ਕਈ ਮਾਰੂ ਹਥਿਆਰ ਤਿਆਰ ਕਰ ਚੁੱਕਾ ਹੈ, ਪਰ ਹਕੀਕਤ ਇਹ ਹੈ ਕਿ ਇਹ ਮਾਰੂ ਹਥਿਆਰ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ। ਤਾਜ਼ਾ ਮਾਮਲਾ ਅਮਰੀਕਾ ਦੇ ਇੱਕ ਮਿਜ਼ਾਈਲ ਬਣਾਉਣ ਵਾਲੀ ਫੈਕਟਰੀ ਦਾ ਹੈ। ਅਸਲ 'ਚ ਅਮਰੀਕਾ ਦੀ ਮੋਂਟਾਨਾ ਨਿਊਕਲੀਅਰ ਬੇਸ ਤੇ ਵੱਡੀ ਗਿਣਤੀ 'ਚ ਕਰਮਚਾਰੀ ਕੈਂਸਰ ਨਾਲ ਪੀੜਿਤ ਪਾਏ ਗਏ ਨੇ। ਅਮਰੀਕੀ ਹਵਾਈ ਸੈਨਾ ਨੇ ਇਸ ਦੀ ਪੁਸ਼ਟੀ ਵੀ ਕੀਤੀ ਹੈ। ਅਲ ਜਜ਼ੀਰਾ ਮੁਤਾਬਕ ਮਿਜ਼ਾਈਲ ਬੇਸ 'ਚ ਕੈਂਸਰ ਫੈਲਣ ਦੀਆਂ ਸ਼ਿਕਾਇਤਾਂ ਸਨ, ਜਿਸ ਤੋਂ ਬਾਅਦ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਬੇਸ ਤੋਂ ਨਮੂਨੇ ਲਏ ਗਏ, ਜਿਸ ਵਿੱਚ ਕਾਰਸੀਨੋਜਨ ਪਾਏ ਗਏ। ਟਾਰਚਲਾਈਟ ਇਨੀਸ਼ੀਏਟਿਵ ਦੇ ਅਨੁਸਾਰ ਪਰਮਾਣੂ ਮਿਜ਼ਾਈਲ ਸਾਈਟ ਤੇ ਕੰਮ ਕਰ ਰਹੇ ਲਗਭਗ 268 ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪਿਛਲੇ ਕੁਝ ਸਾਲਾਂ 'ਚ ਕੈਂਸਰ, ਖੂਨ ਨਾਲ ਸੰਬੰਧਿਤ ਬਿਮਾਰੀਆਂ ਜਾਂ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੋਣ ਦੀ ਰਿਪੋਰਟ ਕੀਤੀ। ਮੋਂਟਾਨਾ ਬੇਸ ਦੀ 2 ਮਿਜ਼ਾਈਲ ਲਾਂਚ ਸਹੂਲਤ ਤੋਂ ਲੈ ਗਏ ਨਮੂਨਿਆਂ ਦੇ ਵਿੱਚ PCB ਦਾ ਪੱਧਰ ਵਾਤਾਵਰਣ ਸੁਰੱਖਿਆ ਏਜੰਸੀ ਦੇ ਪ੍ਰਵਾਨਿਤ ਪੱਧਰ ਤੋਂ ਵੱਧ ਹੈ। ਰਿਪੋਰਟ ਆਉਣ ਤੋਂ ਬਾਅਦ ਅਮਰੀਕੀ ਹਵਾਈ ਸੈਨਾ ਨੇ ਬੇਸ ਨੂੰ ਤੁਰੰਤ ਖਾਲੀ ਕਰਨ ਅਤੇ ਇਸ ਨੂੰ ਸਾਫ਼ ਕਰਨ ਅਤੇ ਕੈਂਸਰ ਪੈਦਾ ਕਰਨ ਵਾਲੇ ਤੱਤਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਨੇ। ਇਸ ਦੇ ਨਾਲ ਹੀ ਬੇਸ ਤੇ ਕੰਮ ਕਰਦੇ ਕਰਮਚਾਰੀਆਂ, ਹਵਾਈ ਸੈਨਾ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਬਿਹਤਰ ਸੁਵਿਧਾਵਾਂ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਬਲੱਡ ਕੈਂਸਰ ਦੇ ਸਭ ਤੋਂ ਵੱਧ ਕੇਸ ਆਧਾਰ 'ਚ ਪਾਏ ਗਏ ਨੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਦਿਓ ਇਜਾਜ਼ਤ ਜਸਵੀਰ ਨੂੰ। ਦੇਖਦੇ ਰਹੋ TV ਪੰਜਾਬ।